ਵਿਦਆਊਟ ਕੋਈ ਨੋਟਿਸ ਦਿੱਤਿਆਂ ਇੰਟੀਮੇਸ਼ਨ ਦਿੱਤਿਆਂ ਸਿੱਧਾ ਉਹਨਾਂ ਨੂੰ ਫੋਨ ਕੀ ਹੁੰਦਾ ਜੀ ਕਿ ਤੁਸੀਂ ਆਪਣੀ ਸਿਕਿਉਰਿਟੀ ਵਿਡਰਾ ਤੁਹਾਡੀ ਅੱਜ ਕਰ ਲਈ ਸੋ ਤੁਹਾਡੇ ਨਾਲ ਜੈਨੂਇਨ ਥ੍ਰੈਟ ਪਰਸੈਪਸ਼ਨ ਅਸੈਸ ਕੀਤਿਆਂ ਬਿਨਾ ਜੇਕਰ ਤੁਸੀਂ ਉਹਨਾਂ ਦੀ ਸਿਕਿਉਰਿਟੀ ਲਾਈ ਹੈ ਤਾਂ ਇਟਸ ਟੋਟਲੀ ਇਲੀਗਲ ਇਨ ਮੈਨਰ। ਸਿਕਿਉਰਿਟੀ ਨੂੰ ਵਿਡਰਾਅ ਕੀਤਾ, ਇਸ਼ੂ ਕੀ ਹੈ? ਪਬਲਿਕ ਡੋਮੇਨ 'ਚ ਗਈ, ਸੋਸ਼ਲ ਮੀਡੀਆ ਤੇ ਵਾਇਰਲ ਹੋਈ, ਨੁਕਸਾਨ ਸਿੱਧੂ ਮੂਸੇਵਾਲੇ ਦਾ ਇਮੀਡੀਏਟਲੀ ਆਪਾਂ ਖਮਿਆਜਾ ਭੁਗਤਿਆ। ਮਈ 'ਚ ਕਹਿ ਕੇ ਕੀਤੇ ਕਿ ਘੱਲੂਘਾਰਾ ਦਿਵਸ ਮਨਾਇਆ ਗਿਆ, ਪਰ ਬਾਅਦ 'ਚ ਕਿਸੇ ਨੇ ਸਰ ਅਟੈਚ ਨਹੀਂ ਕੀਤੇ। ਲਾ ਐਂਡ ਆਰਡਰ ਨੂੰ ਜੇਕਰ ਅਸੀਂ ਮੇਨਟੇਨ ਨਹੀਂ ਕਰਨਾ ਤਾਂ ਫਿਰ ਇਹਦੇ ਵਿੱਚ ਐਟਲੀਸਟ ਤੁਸੀਂ ਕੰਜੂਸੀ ਨਾ ਕਰੋ। ਕੋਈ ਮਨ 'ਚ ਇਹ ਨਾ ਰੱਖੋ ਕਿ ਇਹ ਅਕਾਲੀ ਦਲ ਦਾ ਹੈ, ਕਾਂਗਰਸ ਦਾ ਹੈ, ਆਪ ਦਾ ਹੈ, ਬੀਜੇਪੀ ਦਾ ਹੈ। ਪੰਜਾਬ 'ਚ ਹਾਲ ਦੇ ਹੈ ਆ ਗੋਲਡੀ ਬਰਾੜ ਦਾ ਫੋਨ ਆ ਗਿਆ, ਕਿਸੇ ਨੂੰ ਕਿਸੇ ਦਾ ਆ ਗਿਆ, ਸੋ ਇਦਾਂ ਕਿਸੇ ਨੇ ਇਨਵੈਸਟਮੈਂਟ ਨਹੀਂ ਕਰਨੀ। ਸੋ ਜਥੇਦਾਰ ਅਕਾਲ ਤਖਤ ਸਾਹਿਬ ਦੀ ਵੀ ਜੇ ਦੇਖਿਆ ਜਾਵੇ ਤਾਂ ਇੱਕ ਸਿਰਮੌਰ ਜਗ੍ਹਾ ਸੀ, ਉਹਨਾਂ ਦੀ ਸਿਕਿਉਰਿਟੀ ਵਿਡਰਾ ਕਰਕੇ ਇੱਕ ਤਰੀਕੇ ਨਾਲ ਆਪਾਂ ਕੀ ਪ੍ਰੋਜੈਕਸ਼ਨ ਕਰਨੀ ਚਾਹੁੰਦੇ ਸੀ। ਸਤਿ ਸ਼੍ਰੀ ਅਕਾਲ, ਔਨਰ ਵੇਖ ਰਹੇ ਹੋ, ਮੈਂ ਹਾਂ ਤੁਹਾਡੇ ਨਾਲ ਦਮਨਪ੍ਰੀਤ ਸਿੰਘ। ਸਰਕਾਰ ਨੇ ਕਈ ਕੰਮਾਂ ਦੇ ਵਿੱਚ ਵਾਹਵਾਹੀ ਖੱਟੀ ਸੀ, ਖਾਸ ਤੌਰ ਤੇ ਸੁਰੱਖਿਆ ਨੂੰ ਲੈ ਕੇ ਜਿਸ ਤਰੀਕੇ ਦੇ ਸਵਾਲ ਉੱਠੇ ਸੀ। ਕਈ ਸੁਰੱਖਿਆ ਕਹਿੰਦੇ ਵੀਆਈਪੀ ਕਲਚਰ ਜਿਹੜਾ ਉਹ ਖਤਮ ਕਰਨਾ ਹੈ, ਉਹ ਵੀਵੀਆਈਏ ਕਲਚਰ ਨੂੰ ਲੈ ਕੇ ਕਈ ਜਿਹੜੇ ਵੀਵੀਆਈਪੀ ਸੀਗੇ ਉਹਨਾਂ ਦੀ ਸਿਕਿਉਰਿਟੀ ਵੀ ਜਿਹੜੀ ਹੈ ਵਾਪਸ ਲਿੱਤੀ ਸੀਗੀ, ਔਰ ਉਸ ਤੋਂ ਬਾਅਦ ਕਾਫੀ ਜਨਤਾ ਦੇ ਵਿੱਚ ਜਿਹੜੀ ਵਾਹਵਾ ਖੱਟੀ ਸੀ। ਲੇਕਿਨ ਅੱਜ ਜਿੱਥੇ ਹਾਈ ਕੋਰਟ ਹਰਿਆਣਾ ਔਰ ਪੰਜਾਬ ਦੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਈ ਸੀ, 45 ਜਿਹੜੇ ਵੀਵੀਆਈਪੀਸ ਦੇ ਵੱਲੋਂ ਜਿਹੜੀ ਪਟੀਸ਼ਨ ਪਾਈ ਗਈ ਸੀ ਆਪਣੀ ਸੁਰੱਖਿਆ ਨੂੰ ਲੈ ਕੇ, ਕਿਉਂਕਿ ਕਿਸੇ ਨੂੰ ਥ੍ਰੈਟ ਕਾਲ ਸੀ ਔਰ ਕਿਸੇ ਨੇ ਉਸ ਦੌਰਾਨ ਇਸ ਤਰੀਕੇ ਦਾ ਕੰਮ ਕੀਤਾ ਸੀ ਜਿਸ ਦੇ ਕਰਕੇ ਕਈ ਲੋਕ ਜਿਹੜੇ ਉਹ ਧਮਕਾਉਂਦੇ ਹੋਏ ਵੀ ਨਜ਼ਰ ਆ ਰਹੇ ਸੀ। ਔਰ ਉਸ ਦੇ ਵਿੱਚ ਕਈ ਸਾਬਕਾ ਮੰਤਰੀ ਵੀ ਸੀ, ਕਈ ਸਾਬਕਾ ਵਿਧਾਇਕ ਵੀ ਸੀ, ਔਰ ਕਈ ਜਿਹੜੇ ਉਹ ਲੋਕ ਸੀ ਜਿਹੜੇ ਸਮਾਜ ਨੂੰ ਜਿਹੜੇ ਉਹ ਪ੍ਰੈਜ਼ੈਂਟ ਕਰਦੇ ਨੇ, ਉਹਨਾਂ ਲੋਕਾਂ ਦੀ ਜਿਹੜੀ ਸੁਰੱਖਿਆ ਸਰਕਾਰ ਨੇ ਵਾਪਸ ਲਿੱਤੀ ਸੀ। ਲੇਕਿਨ ਅੱਜ ਹਰਿਆਣਾ ਤੇ ਪੰਜਾਬ ਹਾਈ ਕੋਰਟ ਨੇ ਜਿਹੜਾ ਇੱਕ ਫਟਕਾਰ ਜ਼ਰੂਰ ਸਰਕਾਰ ਨੂੰ ਲਗਾਈ ਹੈ, ਔਰ ਜਿਹੜੇ 45 ਪਟੀਸ਼ਨਾਂ ਜਿਹੜੀਆਂ ਪਈਆਂ ਸੀ ਔਰ ਉਹਨਾਂ ਦੀ ਮੁੜ ਤੋਂ ਜਿਹੜੀ ਸੁਰੱਖਿਆ ਬਹਾਲ ਕਰਨ ਦੀ ਗੱਲ ਜਿਹੜੀ ਆ ਉਹ ਕੀਤੀ ਆ, ਔਰ ਉਸ ਤੇ ਫੈਸਲਾ ਸੁਣਾਇਆ। ਔਰ ਇੱਕ ਵੱਡੀ ਚਿੱਠੀ ਜਿਹੜੀ ਕਹਿ ਸਕਦੇ ਹਾਂ ਉਹਨੂੰ, ਡਿਟੇਲ ਚਿੱਠੀ ਜਿਹੜੀ ਆ ਉਹ ਹਾਈ ਕੋਰਟ ਦੇ ਵੱਲੋਂ ਜਿਹੜੀ ਉਹ ਸਾਹਮਣੇ ਲਿਆਈ ਗਈ। ਘੁੰਮਣ ਬ੍ਰਦਰਸ ਮੇਰੇ ਨਾਲ ਮੌਜੂਦ ਨੇ, ਉਹਨਾਂ 45 ਦੇ ਵਿੱਚੋਂ ਕਈਆਂ ਦੇ ਜਿਹੜੇ ਕੇਸ ਵੀ ਇਹ ਲੜ ਰਹੇ ਸੀਗੇ। ਘੁੰਮਣ ਜੀ, ਇਹ ਕੀ ਕੁਛ ਮਤਲਬ ਜਿਹੜੀ ਹੈ ਪੂਰੀ ਡਿਟੇਲ ਜਿਹੜੀ ਹੈ ਜਾਣਕਾਰੀ ਜਿਹੜੀ ਆਈ ਹੈ ਕੋਰਟ ਦੇ ਵਿੱਚ, ਕੀ ਕੁਛ ਜਿਹੜੀ ਬਹਿਸ ਚੱਲੀ ਸੀ? ਦੇਖੋ, ਮੈਂ ਇੱਥੇ ਦੱਸੂਗਾ ਤੁਹਾਨੂੰ ਵੀਰ ਜੀ, ਸਭ ਤੋਂ ਪਹਿਲਾਂ ਇਹ ਕੋਈ ਚਿੱਠੀ ਨਹੀਂ, ਇੱਕ ਵੱਡਾ ਡਿਟੇਲ ਆਰਡਰ ਆਇਆ ਹੈ ਪੱਤਰਕਾਰ ਸਾਹਿਬ। ਇਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਕਲੈਰੀਫਾਈ ਕਰ ਦਵਾਂ, ਮਾਨਯੋਗ ਹਾਈ ਕੋਰਟ ਨੇ ਇੱਕ ਵੱਡਾ ਆਰਡਰ ਪਾਸ ਕੀਤਾ ਹੈ ਜਿਹਦੇ ਵਿੱਚ ਅੱਜ ਸਾਡੀ ਜਿੱਤ ਹੋਈ ਹੈ। ਜਿਹੜੇ ਪੰਜਾਬ ਦੇ ਵੀਆਈਪੀ ਆਪਾਂ ਜਿਨ੍ਹਾਂ ਨੂੰ ਕਹਿੰਦੇ ਆ, ਜਿਹਦੇ 'ਚ ਐਕਸ ਮਿਨਿਸਟਰਸ ਆ ਗਏ, ਐਮਐਲਏਜ਼ ਆ ਗਏ ਭਾਜੀ, ਉਹਨਾਂ ਦੀਆਂ ਸਿਕਿਉਰਿਟੀਜ਼ ਅਪ੍ਰੈਲ ਦੇ ਵਿੱਚ ਕੁਝ ਦੀਆਂ ਵਾਪਸ ਹੋਈਆਂ ਤੇ ਕੁਝ ਦੀਆਂ ਜਾ ਕੇ ਹੋਈਆਂ ਜੀ ਮਈ 'ਚ। ਹੁਣ ਸਰ ਇਸ਼ੂ ਇੱਥੇ ਪੱਤਰਕਾਰ ਸਾਹਿਬ ਇਹ ਨਹੀਂ ਸੀਗਾ ਕਿ ਤੁਸੀਂ ਕਿਸੇ ਦੀ ਸਿਕਿਉਰਿਟੀ ਨੂੰ ਵਿਡਰਾਅ ਕੀਤਾ। ਇਸ਼ੂ ਕੀ ਹੈ? ਪਬਲਿਕ ਡੋਮੇਨ 'ਚ ਗਈ, ਸੋਸ਼ਲ ਮੀਡੀਆ ਤੇ ਵਾਇਰਲ ਹੋਈ, ਨੁਕਸਾਨ ਸਿੱਧੂ ਮੂਸੇਵਾਲੇ ਦਾ ਇਮੀਡੀਏਟਲੀ ਆਪਾਂ ਖਮਿਆਜਾ ਭੁਗਤਿਆ। ਉਹਦੇ ਤੋਂ ਇਲਾਵਾ ਇੱਕ ਵੱਡਾ ਇਸ਼ੂ ਇਸ ਕੇਸ ਦੇ ਵਿੱਚ ਇਹ ਸੀ ਕਿ ਤੁਸੀਂ ਕਿਸੇ ਬੰਦੇ ਦੀ ਥ੍ਰੈਟ ਜਿਹੜੀ ਸਿਕਿਉਰਿਟੀ ਜਿਹੜਾ ਕਵਰ ਹੈ ਉਹਨੂੰ ਵਾਪਸ ਲੈਣ ਤੋਂ ਪਹਿਲਾਂ ਉਹਦੀ ਸਰ ਥ੍ਰੈਟ ਪਰਸੈਪਸ਼ਨ ਜਿਹੜੀ ਉਹ ਚੈੱਕ ਨਹੀਂ ਕੀਤੀ। ਥ੍ਰੈਟ ਪਰਸੈਪਸ਼ਨ ਕੀ ਹੈ ਕਿ ਕਿਸੇ ਪੋਜੀਸ਼ਨਲ ਬੰਦਾ, ਉਹ ਭਾਵੇਂ ਕੋਈ ਸਟੇਟ ਮਿਨਿਸਟਰ ਹੈ, ਐਕਸ ਕੈਬਨਿਟ ਹੈ, ਦੇ ਆਰ ਬੇਸਿਕਲੀ ਦੇ ਰਿਪਰੈਜ਼ੈਂਟ ਦੀ ਸਟੇਟ ਆਫ ਪੰਜਾਬ ਐਜ਼ ਏ ਫੰਕਸ਼ਨਰੀ ਆਫ ਦੀ ਸਟੇਟ। ਉਹਨਾਂ ਨੇ ਵੱਡੇ ਫੈਸਲੇ ਕੀਤੇ ਨੇ। ਹੁਣ ਮੈਂ ਉਦਾਹਰਨ ਦੇ ਤੌਰ ਤੇ ਤੁਹਾਨੂੰ ਇੱਕ ਗੱਲ ਦੱਸੂਗਾ। ਸੋਹਣ ਸਿੰਘ ਠੰਡਲਰੀ 2014 ਤੋਂ ਲੈ ਕੇ 17 ਤੱਕ ਜੇਲ੍ਹ ਮਿਨਿਸਟਰ ਰਹਿੰਦਾ। ਉਹ 16 ਦੇ ਵਿੱਚ ਜੇਲ੍ਹ ਬ੍ਰੇਕ ਹੁੰਦੀ ਹੈ ਜੀ ਪਟਿਆਲਾ। ਉਸ ਜੇਲ੍ਹ ਬ੍ਰੇਕ ਕਾਂਡ ਦੇ ਵਿੱਚ ਵਿੱਕੀ ਕੌਂਡਰ ਭੱਜਦਾ, ਉਹਦੇ ਨਾਲ ਰਿੰਦੇ ਅਰੀ ਜਿਹੜੇ ਅੱਜ ਪਾਕਿਸਤਾਨ 'ਚ ਬੈਠੇ ਨੇ। ਸਰ ਉਦੋਂ ਸੋਹਣ ਸਿੰਘ ਠੰਡਲ ਨੇ ਇੱਕ ਆਈਜੀ ਨੂੰ ਡਿਸਮਿਸ ਕੀਤਾ, ਵੱਡੇ ਫੈਸਲੇ ਲਏ ਭਾਜੀ, ਅੱਜ ਤੱਕ ਰਿੰਦੇ ਅਰੀ ਫੜੇ ਨਹੀਂ। ਸੋ ਤੁਸੀਂ ਅੱਜ ਜੇਲ੍ਹ ਮਿਨਿਸਟਰ ਜੇ ਨਹੀਂ ਵੀ ਤਾਂ ਤੁਸੀਂ ਜੇ ਇੱਕ ਦੋ ਗਨਮੈਨ ਨੇ ਤੁਸੀਂ ਉਹ ਵੀ ਵਾਪਸ ਲੈ ਲਿਓ। ਦੇਖੋ, ਇੱਕ ਚੀਜ਼ ਮੈਂ ਹੋਰ ਇੱਥੇ ਕਹੂੰਗਾ, ਸਟੇਟ ਆਫ ਪੰਜਾਬ ਜਿਹੜੀ ਹੈ ਉਹਦਾ ਮੇਨ ਲਾ ਐਂਡ ਆਰਡਰ ਨੂੰ ਮੇਨਟੇਨ ਕਰਨਾ, ਉਹਦਾ ਮੇਨ ਫੰਕਸ਼ਨ ਕੀ ਹੈ? 2013 ਦੇ ਵਿੱਚ ਸੁਪਰੀਮ ਕੋਰਟ ਨੇ ਇੱਕ ਰੂਲਿੰਗ ਪਾਸ ਕੀਤੀ, ਇੱਕ ਜਜਮੈਂਟ ਪਾਸ ਕੀਤੀ। ਸਟੇਟ ਆਫ ਪੰਜਾਬ ਨੂੰ, ਸਾਰੀਆਂ ਸਟੇਟਸ ਨੂੰ ਕਿਹਾ ਕਿ ਇੱਕ ਪਾਲਿਸੀ ਬਣਾਓ ਵੀ ਇਹਦੇ ਵਿੱਚ ਪਾਲਿਸੀ 'ਚ ਕਲੀਅਰ ਹੋਵੇ ਕਿ ਪੋਜੀਸ਼ਨਲ ਸਿਕਿਉਰਿਟੀ, ਜ਼ੈਡ ਵਾਈ ਸ਼੍ਰੇਣੀਆਂ ਭਾਜੀ, ਉਸ ਦੇ ਵਿੱਚ 2013 'ਚ ਇਹ ਵੀ ਸੀ ਕਿ ਕਿਸੇ ਐਕਸ ਕੈਬਨਿਟ ਮਿਨਿਸਟਰ ਦੇ ਨਾਲ ਕਿੰਨੀ ਸਿਕਿਉਰਿਟੀ ਚੱਲੇਗੀ, ਤੇ ਪਲੱਸ ਉਹਦੇ 'ਚ ਇਹ ਸੀ ਕਿ ਜੇਕਰ ਕਿਸੇ ਦੀ ਸਿਕਿਉਰਿਟੀ ਤੁਸੀਂ ਵਾਪਸ ਵੀ ਲੈਣੀ ਹੈ ਤਾਂ ਉਹਦੀ ਥ੍ਰੈਟ ਪਰਸੈਪਸ਼ਨ ਚੈੱਕ ਕਰੋ। ਹੁਣ ਸਾਡੇ ਕੇਸ 'ਚ ਕੀ ਹੁੰਦਾ ਹੈ ਕਿ ਸਰ ਥ੍ਰੈਟ ਪਰਸੈਪਸ਼ਨ ਚੈੱਕ ਕੀਤੇ ਬਿਨਾਂ ਤੁਸੀਂ ਵਿਡਰਾਅ ਕਰ ਲਏ। ਦੁਬਾਰਾ ਮਈ ਦੇ ਵਿੱਚ ਕੀਤੇ, 2 ਵਾਰੀ ਕੀਤੇ, ਇੱਕ ਵਾਰੀ ਅਪ੍ਰੈਲ 'ਚ, ਇੱਕ ਵਾਰੀ ਮਈ 'ਚ। ਮਈ 'ਚ ਕਹਿ ਕੇ ਕੀਤੇ ਕਿ ਘੱਲੂਘਾਰਾ ਦਿਵਸ।
ਘੱਲੂਘਾਰਾ ਦਿਵਸ ਮਨਾਇਆ ਗਿਆ, ਪਰ ਬਾਅਦ 'ਚ ਕਿਸੇ ਨੇ ਸਰ ਅਟੈਚ ਨਹੀਂ ਕੀਤੇ। ਅਲਟੀਮੇਟਲੀ ਮਾਣਯੋਗ ਹਾਈ ਕੋਰਟ ਦਾ ਅਸੀਂ ਵੀ ਦਰਵਾਜ਼ਾ ਖੜਕਾਇਆ, ਹੋਰ ਪਟੀਸ਼ਨਰਸ ਨੇ ਵੀ ਖੜਕਾਇਆ। ਹਾਈ ਕੋਰਟ ਨੇ ਜਿਹੜਾ ਇੱਕ ਵੱਡਾ ਫੈਸਲਾ ਸਾਡਾ ਇੰਟਰਮ ਸਾਨੂੰ ਰਿਲੀਫ ਦਿੱਤਾ ਕਿ ਇੱਕ ਤਾਂ ਸਾਨੂੰ ਪਹਿਲਾਂ ਹੀ ਗਨਮੈਨ ਜਿਹੜਾ ਸੀ ਉਹ ਅਲਾਉ ਕੀਤਾ। ਹੁਣ ਸਰ ਇੱਥੇ ਕੋਈ ਸਟੇਟਸ ਵਾਲੀ ਗੱਲ ਪੱਤਰਕਾਰ ਸਾਹਿਬ ਨਹੀਂ ਹੈਗੀ ਕਿ ਐਜ਼ ਏ ਕੈਬਨਿਟ ਮਿਨਿਸਟਰ ਵੀ ਕੋਈ ਸਟੇਟਸ। ਭਾਜੀ ਇੱਕ ਪਬਲਿਕ ਡੋਮੇਨ 'ਚ ਫਿਗਰਸ ਇੱਦਾਂ ਦੀਆਂ ਨੇ ਜਿਨ੍ਹਾਂ ਨੇ ਸੋਸ਼ਲੀ ਜਾ ਕੇ ਲੋਕਾਂ ਨੂੰ ਮਿਲਣਾ ਹੈ। ਹੁਣ ਐਜ਼ ਏ ਕੈਬਨਿਟ ਮਿਨਿਸਟਰ, ਐਜ਼ ਏ MLA, 5 ਵਾਰੀ MLA ਰਹੇ ਨੇ। ਸੋ ਇੱਥੇ ਆ ਕੇ ਇਟਸ ਓਨਲੀ ਡਿਊ ਟੂ ਦੀ ਪੋਲੀਟੀਕਲ ਵੰਡੇਟਾ ਜਿਹੜਾ ਹੁੰਦਾ, ਉਹਦੇ ਕਰਕੇ ਜੇਕਰ ਕਿਸੇ ਦੀ ਸਿਕਿਉਰਿਟੀ ਵਾਪਸ ਹੋਈ ਹੈ ਤਾਂ ਇਸ ਚੀਜ਼ ਦੀ ਮੈਂ ਨਿਖੇਧੀ ਕਰਾਂਗਾ। ਅਲਟੀਮੇਟਲੀ ਹਾਈ ਕੋਰਟ ਦੇ ਵਿੱਚ ਅਸੀਂ ਦਰਵਾਜ਼ਾ ਖੜਕਾਇਆ ਹੈ। ਹਾਈ ਕੋਰਟ ਨੇ ਸਾਡੀ ਨੇ ਇੰਟਰਮ ਆਰਡਰ ਸਾਨੂੰ 1 ਮਹੀਨਾ ਪਹਿਲਾਂ ਸਾਨੂੰ ਦੇ ਦਿੱਤਾ ਸੀ, ਜਿਹਦਾ ਅੱਜ ਇੱਕ ਵੱਡਾ ਫੈਸਲਾ ਆਇਆ ਹੈ, ਜਿਹੜਾ ਤੁਹਾਨੂੰ ਵਕੀਲ ਸਾਹਿਬ ਉਹ ਫੈਸਲੇ 'ਚ ਕੀ ਹੈ, ਕੀ ਗਰਾਊਂਡ ਸੀਗੀਆਂ, ਉਹ ਤੁਹਾਨੂੰ ਵਕੀਲ ਸਾਹਿਬ ਸਾਰਾ ਤੁਹਾਨੂੰ ਜਿਹੜਾ ਇਸੇ ਬਹਿਸ ਕਿੰਨੇ ਕੁ ਚੱਲੀ, ਕਿਉਂਕਿ ਕਿਹੜੇ ਮੁੱਦੇ ਤੁਸੀਂ ਲੈ ਕੇ ਗਏ ਸੀ ਔਰ ਕਿਹੜੀ ਚੀਜ਼ਾਂ ਮਤਲਬ ਲੈ ਕੇ ਮੰਗ ਕੀ ਰੱਖੀ ਸੀ ਕਿ ਹਾਈ ਕੋਰਟ ਜੱਜ ਦੇ ਵਿੱਚ? ਦੇਖੋ, ਸਾਡੀ ਮੰਗ ਇਹ ਸੀਗੀ, ਪਹਿਲੀ ਗੱਲ ਤਾਂ ਇਹ ਹੈਗੀ ਕਿ ਜਿਹੜਾ ਆਲ ਓਵਰ ਮੈਟਰ ਆਪਾਂ ਗੱਲ ਕਰ ਰਹੇ ਹਾਂ ਸਿਕਿਉਰਿਟੀ ਦੀ, ਸਟੇਟ ਸਬਜੈਕਟ ਹੈ। ਔਰ ਇਹਦੇ 'ਚ ਫਸਟ ਜਿਹੜੀ ਡਿਊਟੀ ਮੈਂ ਕਹਾਂਗਾ, ਫਸਟ ਜਿਹੜੀ ਟੂ ਮੇਨਟੇਨ ਲਾਅ ਐਂਡ ਆਰਡਰ ਜਿਹੜੀ ਡਿਊਟੀ ਹੈ, ਉਹ ਤੁਸੀਂ ਕਹਿ ਲਓ ਕਿ DGP ਸਾਹਿਬ ਕਹਿ ਲਈਏ ਜਾਂ ਆਪਾਂ ADGP ਸਿਕਿਉਰਿਟੀ ਕਹਿ ਲਈਏ। ਸੋ ਉਸ ਤੋਂ ਇਲਾਵਾ ਜਿਹੜੀ ਹੋਮ ਮਿਨਿਸਟਰੀ ਦੀ ਵੀ ਹੈ। ਸੋ ਸਾਡੇ ਵੱਲੋਂ ਇੱਥੇ ਜਿਹੜੀ ਡਿਮਾਂਡ ਕੀਤੀ ਗਈ ਸੀ ਉਹ ਇਹ ਕੀਤੀ ਗਈ ਸੀ ਕਿ ਜਿਹੜੇ ਪਹਿਲਾਂ ਜਿਵੇਂ ਵਕੀਲ ਸਾਹਿਬ ਬ੍ਰਦਰ ਦੱਸ ਕੇ ਬੈਠੇ ਨੇ ਕਿ ਜਿਹੜੇ ਹਾਈ ਡਿਗਨਿਟਰੀਜ਼ ਨੇ, ਜਿਹਦੇ ਵਿੱਚ ਕੋਈ ਐਕਸ MLA ਨੇ ਜਾਂ ਕੋਈ ਮਿਨਿਸਟਰਸ ਨੇ, ਐਟ ਲੀਸਟ ਜਿੰਨਾ ਟਾਈਮ ਤੱਕ ਤੁਸੀਂ ਇੱਕ ਜੈਨੂਅਨ ਥ੍ਰੈਟ ਪਰਸੈਪਸ਼ਨ ਅਸੈਸ ਕੀਤਿਆਂ ਬਿਨਾਂ ਜੇਕਰ ਤੁਸੀਂ ਉਹਨਾਂ ਦੀ ਸਿਕਿਉਰਿਟੀ ਲਾਈ ਹੈ ਤਾਂ ਇਟਸ ਟੋਟਲੀ ਇਲੀਗਲ ਇਨ ਮੈਨਰ। ਤੇ ਸੈਕੰਡ ਸਾਡਾ ਇਸ਼ੂ ਸੀਗਾ ਕਿ ਦੇਖੋ, ਜਦੋਂ ਵੀ ਕਿਸੇ ਦੇ ਨਾਲ ਸਿਕਿਉਰਿਟੀ ਲੱਗਦੀ ਹੈ, ਭਾਵੇਂ ਕੋਈ ਜ਼ਰੂਰੀ ਨਹੀਂ ਵੀ ਕੋਈ MLA ਹੈ, ਕਿਸੇ ਵੀ ਬੰਦੇ ਦੇ ਨਾਲ ਸਿਕਿਉਰਿਟੀ ਲੱਗਦੀ ਹੈ ਤਾਂ ਆਰਟੀਕਲ 21 ਜਿਹੜਾ ਹੈ ਉਹ ਕਲੀਅਰ ਕਰਦਾ ਹੈ ਰਾਈਟ ਟੂ ਪ੍ਰੋਟੈਕਟ ਦੀ ਲਾਈਫ ਐਂਡ ਲਿਬਰਟੀ ਟੂ ਐਵਰੀ ਸਿਟੀਜ਼ਨ। ਸੋ ਉਹਦੇ 'ਚ ਅਸੈਸਮੈਂਟ ਕੀ ਹੁੰਦੀ ਹੈ, ਇੰਟੈਲੀਜੈਂਸ ਦੀਆਂ ਰਿਪੋਰਟਾਂ ਵਿੱਚ ਲੱਗਦੀਆਂ ਨੇ, ਔਰ ਇੰਟੈਲੀਜੈਂਸ ਦੀਆਂ ਰਿਪੋਰਟਾਂ ਅਟੈਚ ਹੋਣ ਤੋਂ ਬਾਅਦ ਹੀ ਸਿਕਿਉਰਿਟੀ ਕਵਰ ਨੋਟ ਮਿਲਦਾ ਹੈ। ਸੋ ਸਾਡੇ ਵੱਲੋਂ ਜਿਹੜਾ ਮਾਨਯੋਗ ਕੋਰਟ ਦੇ ਵਿੱਚ ਇਹ ਜਿਹੜਾ ਲਿਆ ਗਿਆ ਕਿ ਜਦੋਂ ਤੁਸੀਂ ਸਿਕਿਉਰਿਟੀ ਕਵਰ ਨੋਟ ਅਟੈਚ ਕੀਤਾ ਸੀ, ਉਹ ਵੀ ਕਿਸੇ ਸਮੇਂ ਦੀਆਂ ਸਰਕਾਰਾਂ ਨੇ ਕੀਤਾ ਸੀ, ਆਫੀਸਰ ਉਹੀ ਨੇ। ਸੋ ਹੁਣ ਜੇਕਰ ਸਮੇਂ ਤੇ ਸਰਕਾਰਾਂ ਚੇਂਜ ਹੁੰਦੀਆਂ ਨੇ, ਪੋਲੀਟੀਕਲ ਵੰਡੇਟਾ ਕਹਿ ਲਓ, ਜੋ ਮਰਜ਼ੀ ਆਪਾਂ ਕਹਿ ਲਈਏ, ਤੇ ਜੇਕਰ ਉਹਨਾਂ ਨੂੰ ਵਿਦਆਊਟ ਕੋਈ ਨੋਟਿਸ ਦਿੱਤਿਆਂ, ਇੰਟੀਮੇਸ਼ਨ ਦਿੱਤਿਆਂ, ਸਿੱਧਾ ਉਹਨਾਂ ਨੂੰ ਫੋਨ ਕੀ ਹੁੰਦਾ ਜੀ ਕਿ ਤੁਸੀਂ ਆਪਣੀ ਸਿਕਿਉਰਿਟੀ ਵਿਡਰਾ ਤੁਹਾਡੀ ਅੱਜ ਕਰ ਲਈ, ਸੋ ਤੁਹਾਡੇ ਨਾਲ ਨਹੀਂ। ਸਾਡੇ ਵੱਲੋਂ ਇਹ ਗੱਲ ਕਹੀ ਕਿ ਜਦੋਂ ਵੀ ਤੁਸੀਂ ਦੇਖੋ, ਇਹ ਬੜੀ ਕੌਨਫੀਡੈਂਸ਼ੀਅਲ ਗੱਲ ਹੈ, ਜਦੋਂ ਕਿਸੇ ਦੀ ਸਿਕਿਉਰਿਟੀ ਉਤਰਦੀ ਹੈ, ਜਦੋਂ ਆਪਾਂ ਨੂੰ D ਕੈਟਾਗਰੀ ਕਹਿ ਦਿੰਦੇ ਆ ਵੀ ਉਹਨੂੰ D ਕੈਟਾਗਰੀ ਕਰਤਾ। ਸੋ ਉਸ ਤੋਂ ਵੀ ਵੱਡਾ ਇੱਕ ਸੈਂਸਿਟਿਵ ਮਾਮਲਾ ਜਿਹੜਾ ਅਸੀਂ ਮਾਨਯੋਗ ਕੋਰਟ ਦੇ ਵਿੱਚ ਰੱਖਿਆ, ਉਹ ਇਹ ਵੀ ਸੀ ਕਿ ਪਿਛਲੇ ਤੁਹਾਡੇ ਸਾਰਿਆਂ ਦੇ ਧਿਆਨ 'ਚ ਆਇਆ ਕਿ ਜਦੋਂ ਇਹਨਾਂ ਨੇ ਸਿਕਿਉਰਿਟੀ ਵਿਡਰਾ ਕੀਤੀ ਹੈ ਤਾਂ ਉਹ ਜਿਹੜਾ ਵਿਡਰਾਅਲ ਆਰਡਰ ਸੀ ਉਹਦੇ ਉੱਪਰ ਬੜਾ ਸਪੈਸੀਫਿਕਲੀ ਤੁਸੀਂ ਤੁਹਾਡੇ ਧਿਆਨ 'ਚ ਹੋਏਗਾ ਲਿਖਿਆ ਸੀ ਕਿ ਕੌਨਫੀਡੈਂਸ਼ੀਅਲ ਤੇ ਸੀਕ੍ਰੇਟ ਡਾਕੂਮੈਂਟ ਹੈ। ਉਸ ਚੀਜ਼ ਨੂੰ ਪਬਲਿਕ ਡੋਮੇਨ 'ਚ ਪਾਉਣਾ ਕਿ ਇਹਨਾਂ ਦੀ ਸਿਕਿਉਰਿਟੀ ਵਿਡਰਾ ਹੋ ਗਈ, ਇਹ ਵੀ ਇੱਕ ਸਾਡੀ ਮੰਗ ਸੀਗੀ ਕਿ ਇਸ ਦੀ ਚੀਜ਼ ਦੀ ਵੀ ਇੱਕ ਤੁਸੀਂ ਇੱਕ ਸੈਪਰੇਟ ਤੌਰ ਤੇ ਜਿਹੜੀ ਇੱਕ ਤਫਤੀਸ਼ ਕਰੀ ਆਪਾਂ ਇਨਵੈਸਟੀਗੇਸ਼ਨ ਹੈ ਉਹ ਵੀ ਕਰਵਾਈ ਜਾਵੇ। ਕਹਿ ਲਈਏ ਕਿ ਵਾਹ ਖੱਟਾਂ ਦੇ ਚੱਕਰ ਦੇ ਵਿੱਚ ਜਿਹੜੀ ਹੈ ਕਾਨੂੰਨ ਦੀ ਧੱਜੀਆਂ ਉਡਾਉਂਦੇ ਹੁਣ ਉਹਦੇ 'ਚ ਮੈਂ ਜੇ ਵੈਸੇ ਗੱਲ ਕਰਾਂ, ਤੁਹਾਡੀ ਜਿਹੜੀ ਗੱਲ ਦੀ ਮੈਂ ਤਾਇਦ ਕਰਦਾ ਕਿ ਕਾਨੂੰਨ ਦੀਆਂ ਧੱਜੀਆਂ ਸਿੱਧੇ ਤੌਰ ਤੇ ਕੀ ਉੱਡੀਆਂ ਕਿ ਉਹ ਪਬਲਿਕ ਡੋਮੇਨ 'ਚ ਗਿਆ ਤੇ ਸਿੱਧੇ ਤੌਰ ਤੇ ਇੱਕ ਪੰਜਾਬ 'ਚ ਆਪਾਂ ਨਾ ਪੂਰਾ ਹੋਣ ਵਾਲਾ ਘਾਟਾ ਸਿੱਧੂ ਮੂਸੇਵਾਲੇ ਦਾ ਝੱਲਣਾ ਪਿਆ। ਔਰ ਦੂਜਾ ਸੈਂਸਿਟਿਵ ਇਸ਼ੂ ਇੱਕ ਹੋਰ ਸੀ ਸਾਡੇ ਲਈ, ਸਿਰਮੌਰ ਜਥੇਦਾਰ ਅਕਾਲ ਤਖਤ ਸਾਹਿਬ ਦੀ ਸਿਕਿਉਰਿਟੀ। 2 ਮਾਮਲੇ ਅਸੀਂ ਉਦੋਂ ਦੇਖਿਆ, ਸਾਡੇ ਵੀ ਧਿਆਨ 'ਚ ਆਏ ਕਿਉਂਕਿ ਰੂਟੀਨ 'ਚ ਸੋਸ਼ਲ ਮੀਡੀਆ ਤੇ ਦੇਖਦੇ ਹਾਂ, ਇੱਕ ਜਥੇਦਾਰ ਅਕਾਲ ਤਖਤ ਸਾਹਿਬ, ਦੂਜਾ ਸਿੱਧੂ ਮੂਸੇਵਾਲਾ। ਸੋ ਜਥੇਦਾਰ ਅਕਾਲ ਤਖਤ ਸਾਹਿਬ ਦੀ ਵੀ ਜੇ ਦੇਖਿਆ ਜਾਵੇ ਤਾਂ ਇੱਕ ਸਿਰਮੌਰ ਜਗ੍ਹਾ ਸੀ, ਉਹਨਾਂ ਦੀ ਸਿਕਿਉਰਿਟੀ ਵਿਡਰਾ ਕਰਕੇ ਇੱਕ ਤਰੀਕੇ ਨਾਲ ਆਪਾਂ ਕੀ ਪ੍ਰੋਜੈਕਸ਼ਨ ਕਰਨੀ ਚਾਹੁੰਦੇ ਸੀ ਵੀ ਇੱਕ ਤਰੀਕੇ ਨਾਲ ਆਪਾਂ ਉਹਨਾਂ ਨੂੰ ਕੀ ਆਪਾਂ ਡੀਗ੍ਰੇਡ ਕੀਤਾ ਵੀ ਅਸੀਂ ਉਹਨਾਂ ਦੀ ਸਿਕਿਉਰਿਟੀ ਲੜੀ ਜਥੇਦਾਰ ਸਾਹਿਬ ਦੀ। ਸੋ ਉਹ ਮਾਮਲਾ ਸੈਂਸਿਟਿਵ ਸੀਗਾ, ਸਿੱਧੂ ਮੂਸੇਵਾਲੇ ਦਾ ਮਾਮਲਾ, ਔਰ ਉਹਦਾ ਖਮਿਆਜਾ ਆਪਣੇ ਸਾਹਮਣੇ ਪਿਆ। ਹਾਂ, ਹਾਈ ਕੋਰਟ ਨੇ ਜਿਹੜਾ ਹੁਣ ਫੈਸਲਾ ਮੇਰੇ ਹੱਥ 'ਚ ਜਿਹੜਾ ਫੈਸਲਾ ਹੈ, ਉਹਨਾਂ ਨੇ ਇਹ ਕਰਤਾ ਵੀ ਜਦੋਂ ਵੀ ਤੁਸੀਂ ਕਿਸੇ ਨੂੰ D ਕੈਟਾਗਰੀ ਕਰਨਾ ਜਾਂ ਕਿਸੇ ਦੀ ਸਿਕਿਉਰਿਟੀ ਵਿਡਰਾ ਕਰਨੀ ਹੈ ਤਾਂ ਐਟ ਲੀਸਟ ਇਹਦੇ ਵਿੱਚ ਉਹਨਾਂ ਨੇ ਮੈਂਸ਼ਨ ਕਰਤਾ ਕਿ ਤੁਸੀਂ ਉਹਨਾਂ ਨੂੰ ਨੋਟਿਸ ਦੇਵੋ ਕਿ ਤੁਹਾਡੀ ਅਸੀਂ ਥ੍ਰੈਟ ਪਰਸੈਪਸ਼ਨ ਅਸੈਸ ਕਰਵਾ ਰਹੇ ਹਾਂ, ਇੰਟੈਲੀਜੈਂਸ ਦੀਆਂ ਰਿਪੋਰਟਾਂ ਲੈ ਰਹੇ ਹਾਂ, ਜਿਹੜੀਆਂ ਕੰਟੈਂਸ਼ਨਸ ਕਹਿ ਲਈਏ ਜਾਂ ਜਿਹੜੀਆਂ ਕੋਈ ਉਹਨਾਂ ਨੂੰ ਐਪਰੀਹੈਂਸ਼ਨਸ ਨੇ ਥ੍ਰੈਟ ਰਿਲੇਟਡ, ਉਹਨਾਂ ਚੀਜ਼ਾਂ ਨੂੰ ਅਸੈਸ ਕੀਤਾ ਜਾਏਗਾ। ਇਸ ਤਰੀਕੇ ਨਾਲ ਵੀ ਫਟਾਫਟ ਫੋਨ ਆ ਗਿਆ ਜੀ ਬੰਦਿਆਂ ਦੀ ਸਿਕਿਉਰਿਟੀ ਵਾਪਸ ਕਰ ਲਈ। ਔਰ ਸੈਕਿੰਡ, ਜਿਹੜੀ ਉਹਨਾਂ ਨੇ ਇੱਕ ਵੱਡਾ ਰਿਮਾਰਕੇਬਲ ਆਰਡਰ ਪਾਸ ਕੀਤਾ, ਉਹਨਾਂ ਨੇ ਕਿਹਾ ਕਿ ਜਿਹੜੀ ਸਿਕਿਉਰਿਟੀ ਤਾਂ ਹਾਈ ਕੋਰਟ ਦੇ ਹੁਕਮਾਂ ਨਾਲ ਇੱਕ 2 ਗਨਮੈਨ ਕਿਸੇ ਨੂੰ ਪ੍ਰੋਵਾਈਡ ਕੀਤੇ ਨੇ, ਉਹ ਰਹਿਣਗੇ। ਇਨ ਦਾ ਮੇਨ ਟਾਈਮ ਇੱਕ ਫਰੈਸ਼ ਥ੍ਰੈਟ ਪਰਸੈਪਸ਼ਨ ਜਿਹੜੀ ਹੈ ਉਹ ਸਟੇਟ ਗੌਰਮੈਂਟ ਅਸੈਸ ਕਰੇਗੀ ਔਰ ਉਹਦੇ ਬੇਸ ਤੇ ਫਿਰ ਜਿਹੜੀ ਸਿਕਿਉਰਿਟੀ ਹੈ ਉਹ ਇਨਕਰੀਜ਼ ਕੀਤੀ ਜਾਏਗੀ। ਜੇਕਰ ਕਿਸੇ ਨੂੰ ਲੋੜ 6 ਗਨਮੈਨਾਂ ਦੀ, ਉਹਨੂੰ 6 ਮਿਲਣਗੇ, ਜੇਕਰ 2 ਦੀ ਲੋੜ ਹੈ 2 ਮਿਲਣਗੇ, 1 ਦੀ ਲੋੜ ਹੈ 1 ਤਾਂ ਐਟਲੀਸਟ ਐਜ਼ ਪਰ ਦੀ ਆਰਡਰ ਉਹਨਾਂ ਦੇ ਕੋਲ ਮੇਨਟੇਨ ਰਹੇਗਾ। ਵਕੀਲ ਸਾਹਿਬ, ਕਿਉਂਕਿ 45 ਆਏ ਸੀ, 45 ਚੋਂ ਚਲੋ ਕੁਛ ਨੇ ਤਾਂ ਕੇਸ ਲੜ ਲਿਆ, ਲੇਕਿਨ ਜਿਹੜੇ ਹਲੇ ਜਿਨ੍ਹਾਂ ਨੇ ਪਟੀਸ਼ਨ ਹੀ ਨਹੀਂ ਫਾਈਲ ਕੀਤੀ, ਕਿਉਂਕਿ 400 ਦੇ ਕਰੀਬ ਜਿਹੜੇ ਨਾਮ ਸਾਹਮਣੇ ਆਏ ਸੀ ਉਸ ਲਿਸਟ ਦੇ ਵਿੱਚ, ਜੇ ਉਹਨਾਂ ਨੇ ਪਟੀਸ਼ਨ ਹੀ ਨਹੀਂ ਫਾਈਲ ਕੀਤੀ ਤਾਂ ਉਹਨਾਂ ਦੇ ਲਈ ਵੀ ਕੁਝ
ਕਿਹਾ ਕੋਰਟ ਨੇ? ਦੇਖੋ ਉਹਨਾਂ ਦੇ ਲਈ ਜੇਕਰ ਵੈਸੇ ਆਪਾਂ ਕਾਨੂੰਨ ਦੀ ਗੱਲ ਕਰੀਏ ਤਾਂ ਸਾਡਾ ਪ੍ਰੋਵੀਜ਼ਨ ਜਿਹੜਾ ਆਰਟੀਕਲ 21 ਉਹ ਬੜਾ ਕਲੀਅਰ ਪਿਆ ਹੈ। ਉਹਦੇ ਚੋਂ ਕਹਿੰਦੇ ਕਿ ਯਾਰ ਜਿਹੜੇ ਵੀ ਕੋਈ ਉਹ ਲੋਕ ਨੇ ਜਿਹੜੇ ਐਗਰੀਵਡ ਨੇ ਜਾਂ ਜਿਨ੍ਹਾਂ ਨੂੰ ਥ੍ਰੈਟਸ ਨੇ, ਜਿਨ੍ਹਾਂ ਦੀ ਜੈਨੂਇਨ ਥ੍ਰੈਟ ਪਰਸੈਪਸ਼ਨ ਅਸੈਸ ਕਰਕੇ ਉਹਨਾਂ ਨੂੰ ਤੁਸੀਂ ਐਟਲੀਸਟ ਜਿਹੜੀ ਸਿਕਿਉਰਿਟੀ ਕਵਰ ਨੋਟ ਉਹ ਪ੍ਰੋਵਾਈਡ ਕੀਤਾ ਜਾਵੇ। ਹਾਂ, ਜਿਹੜੇ ਲੋਕ ਨਹੀਂ ਆਏ ਉਹ ਇਸ ਆਰਡਰ ਦੇ ਮੁਤਾਬਕ ਤੁਸੀਂ ਕਹ ਲਓ ਔਨ ਦੀ ਬੇਸਿਸ ਆਫ ਦੀ ਇਕੁਐਲਿਟੀ ਜਾਂ ਪ੍ਰਾਇੋਰਟੀ ਆਪਾਂ ਅਸੀਂ ਕਹਿ ਦਿੰਦੇ ਹਾਂ, ਇਸੇ ਆਰਡਰ ਦੇ ਮੁਤਾਬਕ ਹੀ ਉਹ ਜਿਹੜੀਆਂ ਪਟੀਸ਼ਨਸ ਨੂੰ ਹਾਈ ਕੋਰਟ ਤੋਂ ਦਾਖਲ ਕਰ ਸਕਦੇ ਨੇ ਜਾਂ ਮਾਣਯੋਗ ਜਿਹੜੇ ਸਾਡੀਆਂ ਸੀਨੀਅਰ ਮੋਸਟ ਪੁਲਿਸ ਅਥਾਰਟੀਜ਼ ਨੇ ਉਹਨਾਂ ਨੂੰ ਜਾ ਕੇ ਕਹਿ ਸਕਦੇ ਨੇ ਕਿ ਆਲਰੇਡੀ ਹਾਈ ਕੋਰਟ ਨੇ ਆਰਡਰ ਕਰਤਾ। ਹੁਣ ਇਹ ਤਾਂ ਜ਼ਰੂਰੀ ਨਾ ਵੀ ਹੈਗਾ ਵੀ ਹਰੇਕ ਬੰਦਾ ਹੀ ਆ ਕੇ ਹਾਈ ਕੋਰਟ ਦੇ ਵਿੱਚ ਅਪਰੋਚ ਕਰੇ। ਔਰ ਦੂਜੀ ਗੱਲ ਜਿਹੜੀ ਆਪਾਂ ਗੱਲ ਕਰਦੇ ਹਾਂ ਇੱਕ ਆਮ ਬੰਦਿਆਂ ਦੀ, ਦੇਖੋ ਇਹ ਠੀਕ ਹੈ, ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਅਸੀਂ ਇਸ ਵਾਰੀ ਅਸੀਂ ਹਾਈ ਪੋਲੀਟੀਕਲ ਪਰਸਨਸ ਨੂੰ ਇੱਥੇ ਅਸੀਂ ਅਪਰੋਚ ਕੀਤਾ, ਉਹਨਾਂ ਨੇ ਦਰਵਾਜ਼ਾ ਖੜਕਾ ਲਿਆ, ਪਰ ਕੁਝ ਲੋਕ ਉਹ ਵੀ ਨੇ ਜਿਹੜੇ ਹਾਈ ਕੋਰਟ ਤੱਕ ਨਹੀਂ ਆ ਸਕਦੇ। ਸੋ ਉਹਨਾਂ ਲਈ ਇਹ ਹੈਗਾ ਕਿ ਯਾਰ ਐਟਲੀਸਟ ਮੈਨੂੰ ਲੱਗਦਾ ਵੀ ਜਿਹੜੀਆਂ ਸਰਕਾਰਾਂ ਨੇ ਜਾਂ ਜਿਹੜੇ ਆਫੀਸਰਸ ਨੇ ਪੋਲੀਟੀਕਲ ਜਿਹੜੇ ਵੰਡੇਟੇ ਨੇ ਜਾਂ ਇਹਨਾਂ ਚੀਜ਼ਾਂ ਚੋਂ ਰਾਜਸੀ ਚੀਜ਼ਾਂ ਚੋਂ ਨਿਕਲ ਕੇ ਮੈਨੂੰ ਇਹ ਲੱਗਦਾ ਵੀ ਕਿ ਜੈਨੂਅਲੀ ਉਹਨਾਂ ਨੂੰ ਥ੍ਰੈਟ ਪਰਸੈਪਸ਼ਨ ਅਸੈਸ ਕਰਕੇ ਜਿਹੜੇ ਲੋਕਾਂ ਨੂੰ ਲੋੜ ਹੈ ਉਹਨਾਂ ਨਾਲ ਉਹਨਾਂ ਨੂੰ ਸਿਕਿਉਰਿਟੀਜ਼ ਜਿਹੜੀਆਂ ਨੇ ਉਹ ਅਟੈਚ ਕਰਨੀਆਂ ਚਾਹੀਦੀਆਂ। ਅੱਛਾ, ਸਰਕਾਰ ਦੇ ਵਕੀਲਾਂ ਦਾ ਕੀ ਕਹਿਣਾ ਸੀਗਾ ਇਸ ਚੀਜ਼ ਨੂੰ ਲੈ ਕੇ, ਕਿਉਂਕਿ ਨਿਯਮਾਂ ਦੀ ਧੱਜੀਆਂ ਉਡਾਈਆਂ ਗਈਆਂ ਸਰੇਆਮ ਜਿਹੜੀ ਉਹ ਸਾਹਮਣੇ ਆ ਰਹੀ ਹੈ ਜਿਸ ਤਰੀਕੇ ਦੇ ਨਾਲ ਫਟਕਾਰ ਲਗਾਈ ਹੈ ਹਾਈ ਕੋਰਟ ਨੇ, ਤੇ ਸਰਕਾਰ ਦਾ ਕੀ ਪੱਖ ਸੀ? ਦੇਖੋ ਮੈਂ ਇੱਥੇ ਦੱਸੂਗਾ ਕਿ ਸਰਕਾਰ ਵੱਲੋਂ ਐਡਵੋਕੇਟ ਜਨਰਲ ਆਪ ਪੇਸ਼ ਹੋਏ ਨੇ, ਚਲੋ ਉਹਨਾਂ ਦਾ ਆਪਣਾ ਇੱਕ ਪੱਖ ਸੀ ਜੀ, ਉਹਦੀ ਅਸੀਂ ਜਾਂਚ ਵੱਖਰੀ ਤੌਰ ਤੇ ਕਰ ਰਹੇ ਹਾਂ ਜਿਹੜੀ ਪਬਲਿਕ ਡੋਮੇਨ 'ਚ ਗਈ ਹੈ। ਬਾਕੀ ਥ੍ਰੈਟ ਪਰਸੈਪਸ਼ਨ ਬਾਰੇ ਉਹਨਾਂ ਨੇ ਇਹ ਗੱਲ ਮੰਨੀ ਕਿ ਠੀਕ ਹੈ ਜੀ ਅਸੀਂ ਜਿਨ੍ਹਾਂ ਦੀਆਂ ਵੀ ਹੋ ਸਕਦੀਆਂ ਨੇ ਅਸੀਂ ਥ੍ਰੈਟ ਪਰਸੈਪਸ਼ਨ ਚੈੱਕ ਕਰਦੇ ਹਾਂ। ਸਰ ਇੱਥੇ ਆ ਕੇ ਇੱਕ ਦੱਸੂਗਾ 2013 ਦੀ ਪਾਲਿਸੀ ਬਾਰੇ, ਉਹ ਬਣੀ ਹੋਈ ਹੈ ਉਹਨੂੰ ਫੋਲੋ ਨਹੀਂ ਕੀਤਾ। ਸਰ ਮੈਂ ਇਹਦੇ ਵਿੱਚ ਇੱਕ ਤੁਹਾਨੂੰ ਪੱਤਰਕਾਰ ਸਾਹਿਬ ਇੱਕ ਚੀਜ਼ ਹੋਰ ਦੱਸਣੀ ਚਾਹੂੰਗਾ ਕਿ ਬੇਸਿਕ ਡਿਊਟੀ ਆਫ ਸਟੇਟ ਕੀ ਹੈ, ਉਹ ਹੈ ਟੂ ਮੇਨਟੇਨ ਦੀ ਲਾਅ ਐਂਡ ਆਰਡਰ। ਸਰ ਲਾਅ ਐਂਡ ਆਰਡਰ ਨੂੰ ਜੇਕਰ ਅਸੀਂ ਮੇਨਟੇਨ ਨਹੀਂ ਕਰਨਾ ਤਾਂ ਫਿਰ ਇਹਦੇ ਵਿੱਚ ਐਟਲੀਸਟ ਤੁਸੀਂ ਕੰਜੂਸੀ ਨਾ ਕਰੋ, ਕੋਈ ਮਨ 'ਚ ਇਹ ਨਾ ਰੱਖੋ ਕਿ ਇਹ ਅਕਾਲੀ ਦਲ ਦਾ ਹੈ, ਕਾਂਗਰਸ ਦਾ ਹੈ, ਆਪ ਦਾ ਹੈ, ਬੀਜੇਪੀ ਦਾ ਹੈ। ਪਲੀਜ਼ ਇਹਨੂੰ ਆਪਾਂ ਇੱਥੇ ਹੁਣ ਸਟਾਪ ਕਰੀਏ। ਸਟੇਟ ਜਿਹੜੀ ਹੈ, ਦੇਖੋ ਕੋਈ ਬਿਜ਼ਨਸਮੈਨ ਇੱਥੇ ਨਹੀਂ ਆਊਗਾ ਜੇ ਸਾਡੀ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੁੰਦੀ ਹੈ। ਸੋ ਪ੍ਰਾਇੋਰਟੀ ਕੀ ਚਾਹੀਦੀ ਹੈ? ਮੈਨੂੰ ਲੱਗਦਾ ਇਹ ਚਾਹੀਦੀ ਹੈ ਕਿ ਸਾਨੂੰ ਜੇਕਰ ਕਿਸੇ ਬਿਜ਼ਨਸਮੈਨ ਨੂੰ, ਮੈਂ ਤਾਂ ਕਹਿੰਦਾ ਕਿਸੇ ਵੀ ਪ੍ਰਾਈਵੇਟ ਬੰਦੇ ਨੂੰ ਲੱਗਦਾ ਹੈ ਵੀ ਮੈਨੂੰ ਥ੍ਰੈਟ ਕਾਲਸ ਆ ਰਹੀਆਂ ਨੇ, ਸਰ ਪੰਜਾਬ 'ਚ ਹਾਲ ਦੇ ਹੈ ਆ ਗੋਲਡੀ ਬਰਾੜ ਦਾ ਫੋਨ ਆ ਗਿਆ, ਕਿਸੇ ਨੂੰ ਕਿਸੇ ਦਾ ਆ ਗਿਆ। ਸੋ ਇਦਾਂ ਕਿਸੇ ਨੇ ਇਨਵੈਸਟਮੈਂਟ ਨਹੀਂ ਕਰਨੀ। ਆਪਾਂ ਸਭ ਤੋਂ ਪਹਿਲਾਂ ਕੰਪਨੀਆਂ ਲਿਆਉਣ ਦੀ ਤੁਸੀਂ ਗੱਲ ਕਰਦੇ ਹੋ, ਸਭ ਤੋਂ ਪਹਿਲਾਂ ਤੁਸੀਂ ਮਾਹੌਲ ਵਧੀਆ ਕਰੋ, ਗਨਮੈਨਾਂ ਦੀ ਲੋੜ ਨਾ ਪਵੇ, ਇਦਾਂ ਦਾ ਐਟਮੋਸਫੇਅਰ ਹੋਵੇ। ਔਰ ਇੱਕ ਚੀਜ਼ ਹੋਰ ਕਹੂੰਗਾ, ਗੈਂਗਸਟਰਸ ਬਾਰੇ ਵੀ ਇੱਕ ਪਾਲਿਸੀ ਬਣਾਓ, ਮੇਨ ਸਟ੍ਰੀਮ ਖੋਲੋ, ਆਪਾਂ ਨੂੰ ਸੌਫਟ ਕਰੀਏ। ਆਪਣੇ ਬੱਚੇ ਨੇ ਇਹ ਉੱਠ ਕੇ ਮਾੜੇ ਰਾਵਾਂ ਤੇ ਪੈ ਚੁੱਕੇ ਨੇ। ਮੇਨ ਸਟ੍ਰੀਮ ਜਿਹੜੀ ਹੈ ਜਿੱਦਾਂ ਟੈਰਰਿਜ਼ਮ ਟਾਈਮ ਹੋਇਆ ਸੀ, ਜਿਹਨੂੰ ਮੁੱਖ ਧਾਰਾ ਕਹਿੰਦੇ ਆ, ਕੋਈ ਨਾ ਕੋਈ ਇਦਾਂ ਦਾ ਬਣਾਈਏ ਕਿ ਆਪਾਂ ਇਹਨਾਂ ਨੂੰ ਖਤਮ 10 ਕਰ ਲਾਂਗੇ ਭਾਜੀ 10 ਹੋਰ ਪੈਦਾ ਹੋਣਗੇ। ਸੋ ਇਹਦੇ ਤੇ ਵੀ ਮੈਂ ਇੱਕ ਮੇਰਾ ਇਟਸ ਮਾਈ ਪਰਸਨਲ ਸੁਜੈਸ਼ਨ ਕਿ ਆਪਾਂ ਨੂੰ ਸਟੇਟ ਨੂੰ ਸਾਨੂੰ ਜਿਹੜਾ ਲਾਅ ਐਂਡ ਆਰਡਰ ਹੈ ਉਹਨੂੰ ਪ੍ਰਾਇੋਰਟੀ ਭਾਜੀ ਦੇਣੀ ਚਾਹੀਦੀ ਹੈ। ਵਕੀਲ ਸਾਹਿਬ ਇਹਨੂੰ ਕੀ ਕਹੋਗੇ, ਕਿਉਂਕਿ ਜਿਸ ਤਰੀਕੇ ਦੇ ਨਾਲ ਨਿਯਮ ਦੀ ਧੱਜੀਆਂ ਉਡਾਈ ਗਈਆਂ, ਹਾਲਾਂਕਿ ਕੇਸ ਸੀਗਾ ਕਿ ਸੁਰੱਖਿਆ ਵਾਪਸ ਲੈਣ ਦਾ, ਲੇਕਿਨ ਜਿਹੜੀ ਨਿਯਮਾਂ ਦੀ ਧੱਜੀਆਂ ਉੜੀਆਂ ਨੇ ਇਸ ਨੂੰ ਲੈ ਕੇ ਵੀ ਕੋਈ ਗੱਲਬਾਤ ਹੋਈ ਹੈ ਜਾਂ ਕਿਹਾ ਗਿਆ ਕਿ ਕੋਈ ਫਟਕਾਰ ਲਾਈ ਗਈ ਹੈ ਜਾਂ ਅਗਲੀ ਕੇਸ ਦੀ ਕੋਈ ਤਿਆਰੀ ਹੋਈ ਹੈ ਇਸ ਚੀਜ਼ ਨੂੰ ਲੈ ਕੇ ਕਿ ਕਿਉਂ ਨਿਯਮ ਇਸ ਤਰੀਕੇ ਨਾਲ ਚਿੱਕੇ ਤੇ ਟੰਗੇ ਗਏ? ਜੀ ਮੈਂ ਦੱਸਦਾ ਤੁਹਾਨੂੰ, ਇਹਦੇ ਵਿੱਚ ਆਰਡਰ ਆ ਚੁੱਕਿਆ ਹੈ। ਥ੍ਰੈਟ ਪਰਸੈਪਸ਼ਨ ਜਿਹੜੀ ਉਹ ਦੁਬਾਰਾ ਚੈੱਕ ਹੋਏਗੀ। ਜੇ ਕਿਸੇ ਨੂੰ ਉਹ 'ਚ ਕੋਈ ਬਾੜ ਨਹੀਂ, ਕੋਈ ਲਿਮਿਟ ਨਹੀਂ ਕੋਰਟ ਨੇ ਲਾਈ। ਉਹ ਕਹਿੰਦੇ ਜੇਕਰ 4 6 2 3 ਥ੍ਰੈਟ ਪਰਸੈਪਸ਼ਨ ਚੈੱਕ ਕਰਕੇ ਇੱਕ ਉਹਨਾਂ ਨੇ ਦੇ ਦਿੱਤਾ ਹੈ। ਬਾਕੀ ਜਿਹੜੀ ਵਿਦ ਰਿਗਾਰਡ ਟੂ ਪਬਲਿਕ ਡੋਮੇਨ 'ਚੋਂ ਲਿਸਟ ਗਈ ਹੈ ਉਹਦੀ ਇੱਕ ਸੈਪਰੇਟ ਇਨਕੁਆਇਰੀ ਚੱਲੇਗੀ, ਉਹਦੀ ਰਿਟ ਜਿਹੜੀ ਉਹ ਪਬਲਿਕ ਇੰਟਰਸਟ ਲਿਟੀਗੇਸ਼ਨ 'ਚ ਮੇ ਬੀ ਐਂਟਰਟੇਨ ਹੋਏਗੀ, ਉਹ ਦੇਖਾਂਗੇ। ਲੈਟਸ ਸੀ। ਮੈਂ ਇੱਕ ਚੀਜ਼ ਐਂਡ ਦੇ ਵਿੱਚ ਕਹਿਣੀ ਚਾਹੁੰਦਾ ਪੱਤਰਕਾਰ ਸਾਹਿਬ ਕਿ ਮੈਨੂੰ ਲੱਗਦਾ ਕਿ ਜੋ ਹੁਣ ਦੇ ਹਾਲਾਤ ਨੇ ਨਾ, ਮੈਨੂੰ ਲੱਗਦਾ ਵੀ ਹੁਣ ਦੇ ਹਾਲਾਤਾਂ ਮੁਤਾਬਕ ਕਾਫੀ ਮੈਨੂੰ ਲੱਗਦਾ ਵੀ ਚੇਂਜਿਸ ਜਿਹੜੀਆਂ ਨੇ ਉਹ ਪੁਲਿਸ ਅਥਾਰਟੀਜ਼ ਨੂੰ ਕਹਿ ਜਾਂ ਹੋਲ ਸਿਸਟਮ ਨੂੰ ਕਰਨੀਆਂ ਪੈਣੀਆਂ ਨੇ। ਦੇਖੋ ਅਸੀਂ ਗੱਲ ਕਰ ਰਹੇ ਹਾਂ ਕਿ ਇੰਟੈਲੀਜੈਂਸ ਦੀਆਂ ਜਿਹੜੀਆਂ ਆਊਟਪੁੱਟਸ ਨੇ ਉਹ ਕੀ ਕਹਿੰਦੀਆਂ ਨੇ, ਉਹਦੀਆਂ ਇਨਪੁੱਟਸ ਕੀ ਆ ਰਹੀਆਂ ਨੇ। ਸਭ ਤੋਂ ਵੱਡੀ ਗੱਲ ਹੈ ਹੁਣੇ ਹੀ ਹਜੇ ਤੁਸੀਂ ਇੱਥੇ ਜਿਹੜਾ ਸਾਡੇ ਇੰਟੈਲੀਜੈਂਸ ਆਫਿਸ ਦੇ ਵਿੱਚ ਰੌਕਟ ਲਾਂਚਰ ਦੇ ਨਾਲ ਅਟੈਕ ਹੋਇਆ, ਸੋ ਅਸੀਂ ਆਪਾਂ ਅਸੈਸ ਕਰੀਏ ਨਾ, ਆਪਾਂ ਅਸੀਂ ਖੜੇ ਕਿੱਥੇ ਹਾਂ? ਜਿੱਥੇ ਜਿੱਥੇ ਤੁਹਾਡੇ ਏਡੇ ਵੱਡੇ ਇੰਟੈਲੀਜੈਂਸ ਆਫਿਸ ਤੁਹਾਡੇ ਸੁਰੱਖਿਅਤ ਨਹੀਂ ਹੈਗੇ, ਉੱਥੇ ਆਮ ਨਾਗਰਿਕ ਕਿੱਥੇ ਖੜਾ ਹੈ? ਔਰ ਦੂਜੀ ਗੱਲ ਮੈਨੂੰ ਇਹ ਲੱਗਦਾ ਕਿ ਜਿਹੜੇ ਵੀ ਇੱਥੇ ਲੋਕ ਹਾਈ ਕੋਰਟ ਦੇ ਵਿੱਚ ਆਏ ਨੇ ਇਹਨਾਂ ਨੂੰ ਕਿਸੇ ਨੂੰ ਕੋਈ ਐਡਵਾਂਸ ਨੋਟਿਸ ਨਹੀਂ ਦਿੱਤਾ। ਇੱਕ ਹੁੰਦਾ ਕਿ 30 ਦਿਨਾਂ ਤੱਕ ਜੀ ਅਸੀਂ ਤੁਹਾਡੇ ਖਿਲਾਫ ਕਰ ਲਿਆ, ਤੁਸੀਂ 30 ਦਿਨਾਂ ਤੱਕ ਜੇਕਰ ਤੁਸੀਂ ਕਿਸੇ ਮਾਨਯੋਗ ਕੋਰਟ ਨੂੰ ਜਾਂ ਤੁਸੀਂ ਕਿਸੇ ਵੀ ਕੰਪੀਟੈਂਟ ਕੋਰਟ ਆਫ ਲਾਅ ਨੂੰ ਅਪਰੋਚ ਕਰਨਾ ਚਾਹੁੰਦੇ ਹੋ ਤਾਂ ਇਹ ਅਸੀਂ ਤੁਹਾਡੀ ਅਸੈਸਮੈਂਟ ਕਰ ਲਈਏ, ਇਸ ਅਸੈਸਮੈਂਟ ਮੁਤਾਬਕ ਤੁਹਾਡੀ ਸਿਕਿਉਰਿਟੀ ਵਿਡਰਾ ਹੋਏਗੀ। ਹਾਂ, ਇਸ ਵਾਰੀ ਜਿਹੜਾ ਅਸੀਂ ਹੁਣੇ ਆਰਡਰ ਪਾਸ ਕਰਵਾਇਆ ਇਹਦੇ 'ਚ ਐਡਵਾਂਸ ਨੋਟਿਸ ਜਿਹੜਾ ਉਹਨਾਂ ਨੇ ਐਟਲੀਸਟ ਉਹਨਾਂ ਨੇ ਵਿੱਚ ਸਪੈਸੀਫਿਕਲੀ ਮੈਂਸ਼ਨ ਕਰਤਾ ਕਿ ਇਹ ਜ਼ਰੂਰ ਦਿਓ। ਔਰ ਮੈਨੂੰ ਇਹ ਲੱਗਦਾ ਕਿ ਜਿਹੜਾ ਮੈਨਰ ਅਡੋਪਟ ਕੀਤਾ ਹੈ ਕਿ ਫਟਾਫਟ ਤੁਸੀਂ ਸਿਕਿਉਰਿਟੀ ਲਾ ਦਿਓ ਕਿਉਂਕਿ ਨਵੀਂ ਸਰਕਾਰ ਐਸਟੈਬਲਿਸ਼ ਹੋਈ ਹੈ। ਸੋ ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਜੇਕਰ ਅਸੀਂ ਚਾਹੁੰਦੇ ਹਾਂ ਵੀ ਅਮਨ ਅਤੇ ਸ਼ਾਂਤੀ ਜਾਂ ਇੱਕ ਪੀਸਫੁਲ ਮਾਹੌਲ ਪੰਜਾਬ ਦੇ ਵਿੱਚ ਰਵੇ, ਉਹਦੇ ਲਈ ਸਖਤ ਫੈਸਲੇ ਲੈਣੇ ਪੈਣਗੇ। ਬ੍ਰਦਰ ਦੀ ਗੱਲ ਨੂੰ ਤਾਇਦ ਕਰਦਾ ਕਿ ਮਾਹੌਲ ਹੀ ਇਸ ਤਰੀਕੇ ਦਾ ਬਣੋ ਕਿ ਕਿਸੇ ਨੂੰ ਸਿਕਿਉਰਿਟੀਆਂ ਲੈਣ ਦੀ ਲੋੜ ਹੀ ਨਾ ਪਵੇ। ਬਿਲਕੁਲ ਮਾਹੌਲ ਅੱਜ ਸੁਧਾਰਨ ਦੀ ਲੋੜ ਹੈ ਔਰ ਖਾਸ ਤੌਰ ਤੇ ਜੇਕਰ ਕਿਸੇ ਨੂੰ ਸੁਰੱਖਿਆ ਦੀ ਲੋੜ ਹੈ
ਤੇ ਸਰਕਾਰ ਨੂੰ ਆਪਣੀ ਉਹ ਚੀਜ਼ਾਂ ਛੱਡ ਕੇ ਜਾਂ ਪਾਰਟੀਬਾਜ਼ੀ ਛੱਡ ਕੇ ਜਿਹੜਾ ਜੁਰਤੀ ਸੀ ਸੁਰੱਖਿਆ ਕਰਨ ਦੀ ਲੋੜ ਹੈ ਔਰ ਉਹਨਾਂ ਦੇ ਸੁਰੱਖਿਆ ਬਲ ਦੇ ਉੱਪਰ ਤੈਨਾਤ ਦੇਣ ਦੀ ਲੋੜ ਹੈ। ਕੈਮਰਾ ਬਿਨੀ ਨਾਲ ਦਮਨਪ੍ਰੀਤ ਸਿੰਘ ਆਨ 에ਅਰ।